Yes, bete. Good morning, all of you. Be ready with the Punjabi पाठ पुस्तक 7 लेसन है बाल खेडां। लेसन नंबर 7 कविता है बाल खेडां। बाल का मतलब है बच्चे, बच्चियां दियां खेडां। कवि का नाम है मनमोहन सिंह दाऊ। मनमोहन सिंह दाऊ ने कविता लिखी है बाल खेडां, जिस विच किहड़ियां खेडां दा जिक्र है, ਜਿਹੜੀਆਂ ਪੁਰਾਣੀਆਂ ਖੇਡਾਂ, ਪੰਜਾਬ ਦੀਆਂ ਪੁਰਾਣੀਆਂ ਖੇਡਾਂ, ਜਦੋਂ ਮਨੋਰੰਜਨ ਦੇ ਸਾਧਨ ਨਹੀਂ ਸਨ। ਜਿਵੇਂ ਹੁਣ ਅੱਜ ਕੱਲ ਬੱਚੇ ਜਿਹੜੀਆਂ ਖੇਡਾਂ ਨੇ ਉਹ ਖੇਡਾਂ ਨਹੀਂ ਖੇਡਦੇ। ਬੱਚੇ ਇਨਡੋਰ ਗੇਮਸ ਖੇਡਦੇ ਨੇ, ਬੱਚੇ ਕੰਪਿਊਟਰ ਤੇ ਗੇਮਸ ਖੇਡਦੇ ਨੇ, ਕਿਉਂਕਿ ਹੁਣ ਵਿਗਿਆਨ ਨੇ ਤਰੱਕੀ ਕਰ ਲਈ। ਬੱਚੇ ਟੈਲੀਵਿਜ਼ਨ ਦੇਖਦੇ ਨੇ, ਕੰਪਿਊਟਰ ਤੇ ਗੇਮਾਂ ਖੇਡਣ ਲੱਗ ਪਏ ਨੇ। ਇੱਕ ਸਮਾਂ ਸੀ ਜਦੋਂ ਟੈਲੀਵਿਜ਼ਨ ਵੀ ਨਹੀਂ ਸਨ, ਸਿਨੇਮਾ ਵੀ ਨਹੀਂ ਸੀ, ਤਾਂ ਬੱਚੇ ਜਿਹੜੇ ਸੀ ਵੱਡੇ ਵੱਡੇ ਖੁੱਲੇ ਮੈਦਾਨਾਂ ਦੇ ਵਿੱਚ ਖੇਡਾਂ ਖੇਡਦੇ ਸੀ, ਤਰ੍ਹਾਂ ਤਰ੍ਹਾਂ ਦੀਆਂ ਖੇਡਾਂ। ਤੁਸੀਂ ਆਪਣੇ ਪੇਰੈਂਟਸ ਨਾਲ ਡਿਸਕਸ ਕਰਕੇ ਦੇਖੋ, ਆਪਣੇ ਦਾਦਾ ਦਾਦੀਆਂ ਨਾਲ ਡਿਸਕਸ ਕਰਕੇ ਦੱਸੋ, ਡਿਸਕਸ ਕਰੋਗੇ, ਵਿਚਾਰ ਕਰੋਗੇ ਤਾਂ ਉਹ ਤੁਹਾਨੂੰ ਦੱਸਣਗੇ ਕਿ ਉਹਨਾਂ ਦਾ ਜਿਹੜਾ ਸਮਾਂ ਬਚਪਨ ਦਾ ਕਿਵੇਂ ਬੀਤਿਆ। ਕਿ ਇੱਕ ਤਾਂ ਮਿਹਨਤ ਬਹੁਤ ਕਰਦੇ ਸਨ, ਸਾਰੇ ਘਰ ਦੇ ਕੰਮਕਾਜ ਆਪ ਕਰਦੇ ਸਨ, ਕਿਉਂਕਿ ਅੱਜ ਕੱਲ ਜਿਹੜੇ ਸਾਰੇ ਵਰਕਿੰਗ ਹੋ ਗਏ, ਤੁਹਾਡੇ ਮਦਰ ਵੀ ਵਰਕਿੰਗ ਹੋ ਗਏ, ਜਿਹੜੇ ਘਰ ਦੇ ਕੰਮ ਲਈ ਆਪਾਂ ਮੇਡ ਰੱਖਣ ਲੱਗ ਪਏ। ਇੱਕ ਸਮਾਂ ਸੀ ਕੋਈ ਮੇਡ ਥੋੜੇ ਹੁੰਦੇ ਸੀ, ਸਾਰੇ ਕੰਮ ਰਲ ਮਿਲ ਕੇ ਕਰਦੇ ਸੀ ਘਰ ਦੇ ਜੀ, ਬੱਚੇ ਵੀ ਨਾਲ ਮਿਲ ਕੇ ਕੰਮ ਕਰਾਉਂਦੇ ਸਨ। ਹੁਣ ਤਾਂ ਆਪਾਂ ਜਿਹੜਾ ਆਟਾ ਵਗੈਰਾ ਉਹ ਮਸ਼ੀਨ ਤੋਂ ਲੈ ਆਨੇ ਆ। ਉਦੋਂ ਪਹਿਲਾਂ ਜ਼ਮਾਨਾ ਕੀ ਸੀ, ਕਣਕ ਲਈ ਜਾਂਦੀ ਸੀ ਘਰ, ਕਣਕ ਨੂੰ ਸਾਫ਼ ਕਰਨਾ, ਧੋਣਾ, ਸਾਫ਼ ਕਰਕੇ ਫਿਰ ਪਿਸਵਾ ਕੇ ਲਿਆਣਾ। ਔਰ ਬੱਚੇ ਜਿਹੜੇ ਸੀ ਉਹ ਪਹਿਲਾਂ ਇਦਾਂ ਦੇ ਬੈੱਡ ਨਹੀਂ ਸਨ ਹੁੰਦੇ, ਪਹਿਲੇ ਵਾਹਨ ਦੀਆਂ ਮੰਜੀਆਂ ਹੁੰਦੀਆਂ ਸਨ। ਬੱਚੇ ਆਪਣੀ ਮੰਜੀ ਜਿਹੜੀ ਸੀ ਵਿਛਾਉਂਦੇ ਸੀ, ਪਾਣੀ ਦਾ ਛਿੜਕਾਅ ਕਰਦੇ ਸਨ। ਪਹਿਲਾਂ ਫ੍ਰਿਜ ਨਹੀਂ ਸਨ, ਘੜੇ ਤੇ ਸੁਰਾਹੀਆਂ ਸਨ, ਉਹਨਾਂ ਪਾਣੀਆਂ ਦਾ ਆਨੰਦ ਮਾਣਦੇ ਸਨ। ਇਸੇ ਤਰ੍ਹਾਂ ਹੀ ਬੱਚੇ ਸ਼ਾਮ ਹੁੰਦਿਆਂ ਹੀ ਵੱਡੀ ਗਰਾਊਂਡ ਦੇ ਵਿੱਚ ਜਾ ਕੇ ਖੇਡਾਂ ਖੇਡਦੇ ਸਨ। ਉਹ ਖੇਡਾਂ ਖੇਡਦਿਆਂ ਖੂਬ ਆਨੰਦ ਮਾਣਦੇ, ਮौज ਮਸਤੀ ਕਰਦੇ, ਬਿਲਕੁਲ ਹਰ ਕੰਮ ਤੋਂ ਬੇਫਿਕਰ ਹੋ ਕੇ। ਕਿਉਂਕਿ ਇੱਕ ਸਮਾਂ ਜਿਹਾ ਸੀ ਉਦੋਂ ਕੋਈ ਟਿਊਸ਼ਨਸ ਵੀ ਨਹੀਂ ਸੀ ਬੱਚੇ ਪੜ੍ਹਦੇ ਹੁੰਦੇ, ਆਪ ਪੜ੍ਹਾਈ ਕਰਨੀ ਉਹਨਾਂ ਨੇ। ਔਰ ਇੰਨੀ ਪੜ੍ਹਾਈ ਵੀ ਔਖੀ ਨਹੀਂ ਸੀ, ਵਿਦਿਆ ਦਾ ਵੀ ਇੰਨਾ ਪ੍ਰਸਾਰ ਨਹੀਂ ਸੀ ਹੋਇਆ, ਇੰਨਾ ਪੜ੍ਹਾਈ ਦਾ ਬੋਝ ਵੀ ਨਹੀਂ ਸੀ, ਇੰਨੇ ਸਬਜੈਕਟ ਵੀ ਨਹੀਂ ਸਨ, ਕੰਪਿਊਟਰ ਸਬਜੈਕਟ ਹੈ ਹੀ ਨਹੀਂ ਸੀ। ਅਜੇ ਸਮੇਂ ਉਹ ਖੇਡਾਂ ਦਾ ਖੂਬ ਲੁਤਫ ਲੈਂਦੇ ਸਨ। ਕਿਹੜੀਆਂ ਕਿਹੜੀਆਂ ਖੇਡਾਂ, ਕੋਈ ਖੇਡਾਂ ਦੱਸੋਗੇ ਕਿਹੜੀਆਂ ਖੇਡਾਂ ਜੇ ਤੁਸੀਂ ਆਪਣੇ ਵੱਡਿਆਂ ਨਾਲ ਕਦੀ ਡਿਸਕਸ ਕੀਤੀਆਂ ਹੋਣ? ਹਾਂਜੀ ਬੇਟੇ ਅਨਮੋਲ। मैम गुल्ली डंडा। यस, गुल्ली डंडा। एक गुल्ली ਜਿਹੜੀ ਤਰਖਾਣ ਬਣਾਉਂਦਾ, ਤਰਖਾਣ ਇੱਕ ਲੱਕੜ ਨੂੰ ਸ਼ੇਪ ਦਿੰਦਾ। ਤਰਖਾਣ ਸਮਝਦੇ, ਜਿਹੜਾ ਆਰੇ ਨਾਲ ਲੱਕੜ ਨੂੰ ਚੀਰਦਾ। ਇੱਕ ਗੁੱਲੀ ਬਣਾਉਂਦਾ ਨਿੱਕੀ ਜਿਹੀ, ਉਹਦੇ 'ਚ ਟੁੱਲ ਮਾਰੀ ਦੀ ਡੰਡੇ ਨਾਲ, ਤੇ ਗੁੱਲੀ ਉਹ ਦੂਰ ਜਾਂਦੀ ਹੈ, ਜਿੰਨੀ ਦੂਰ ਜਾਏਗੀ ਉਨੇ ਉਹਨੂੰ ਨੰਬਰ ਮਿਲਣੇ। ਸਮਝ ਆ ਗਈ ਗੁੱਲੀ ਡੰਡਾ। ਹੋਰ ਕਿਹੜੀ ਖੇਡ ਹੋ ਸਕਦੀ ਹੈ ਬੇਟੇ? ਯਸ, मैम लुक्कन मिट्टी। ਲੁੱਕਣ ਮਿੱਟੀ। ਲੁੱਕਣ ਮਿੱਟੀ ਕਿਹੜੀ ਖੇਡ ਹੋਏਗੀ, ਦੱਸ ਸਕਦਾ ਕੋਈ? ਲੁੱਕਣ ਮਿੱਟੀ ਕਿਹੜੀ? मैम ਹਾਂਜੀ, ਲੁਕਣਾ ਤੇ ਫਿਰ ਲੱਭਣਾ, ਲੁਕਣਾ ਤੇ ਖੋਜਣਾ। ਇਹਨੂੰ ਕੁੱਕਾ ਕਾਂਗੜਾ ਖੇਡ ਵੀ ਕਹਿੰਦੇ ਆ। ਲੁੱਕਣ ਮਿੱਟੀ ਨੂੰ ਹੀ ਲੁੱਕਣ ਮਿੱਟੀ ਵਰਗੀ ਖੇਡੀ ਹੈ ਕੁੱਕਾ ਕਾਂਗੜਾ। ਉਹਦੇ ਵਿੱਚ ਕੀ ਹੈ ਕਿ ਬੱਚੇ ਲੁਕਦੇ ਹਨ, ਛੁਪ ਜਾਂਦੇ ਹਨ, ਫਿਰ ਉਹਨੂੰ ਖੋਜਿਆ ਜਾਂਦਾ। ਇਹ ਖੋਜਣ ਦੀ, ਲੁਕਣ ਦੀ ਰੁਚੀ ਹੈ ਜਿਹੜੀ ਬੱਚਿਆਂ ਦੇ ਅੰਦਰ ਖੂਬ ਮਨ ਪਰਚਾਵਾ ਪੈਦਾ ਕਰਦੀ ਹੈ, ਖੂਬ ਉਤਸੁਕਤਾ ਪੈਦਾ ਕਰਦੀ ਹੈ, ਤੇ ਬੱਚੇ ਖੂਬ ਆਨੰਦ ਮਾਣਦੇ ਅਜਿਹੀਆਂ ਖੇਡਾਂ ਖੇਡ ਕੇ। ਹੋਰ ਕੋਈ ਖੇਡ? ਯਸ ਗਰਲਸ। कबड्डी। ਕਬੱਡੀ ਖੇਡ। ਯਸ, ਪੰਜਾਬੀਆਂ ਦੀ ਮਾਂ ਖੇਡ ਕਿਹਾ ਗਿਆ ਕਬੱਡੀ ਨੂੰ। ਸੌਂਚੀ ਪੱਕੀ ਕਹਿੰਦੇ, ਇਹਦਾ ਪਹਿਲਾ ਨਾਮ ਹੈ ਸੌਂਚੀ ਪੱਕੀ, ਜਿੱਥੋਂ ਇਹ ਖੇਡ ਪ੍ਰਫੁੱਲਤ ਹੋਈ ਹੈ। ਕਿ ਪਿੰਡਾਂ ਦੇ ਵਿੱਚ ਅਖਾੜੇ ਵੱਜਦੇ ਸਨ, ਆਲੇ ਦੁਆਲੇ ਦੇ ਪਿੰਡ ਇਕੱਠੇ ਹੋ ਕੇ ਕੁਸ਼ਤੀ, ਪਹਿਲਵਾਨੀ, ਕਬੱਡੀ ਦੇਖਣ ਲਈ ਆਉਂਦੇ। ਹੁਣ ਤਾਂ ਇਹ ਦੇਸ਼ਾਂ ਵਿਦੇਸ਼ਾਂ 'ਚ ਵੀ ਬੜੀ ਹਰਮਨ ਪਿਆਰੀ ਹੋ ਗਈ ਹੈ ਕਬੱਡੀ ਦੀ ਖੇਡ। ਕਿ ਜਿਹੜੀ ਜ਼ਮੀਨ ਤੇ ਅੱਡੀ ਲੱਗ ਗਈ ਤਾਂ ਫਾਉਲ ਗਿਣਿਆ ਜਾਣਾ। ਇਹਦੇ 'ਚ ਵੀ 11 ਖਿਡਾਰੀ ਮਿੱਥੇ ਜਾਂਦੇ ਆ, ਕਿਸੇ ਨੂੰ ਠੱਪੀ ਮਾਰਨੀ, ਚਪੇੜ ਮਾਰਨੀ, ਉਹ ਫਾਉਲ ਗਿਣਿਆ ਜਾਂਦਾ। 14 ਖਿਡਾਰੀ ਵੀ ਹੋ ਸਕਦੇ ਇਸ ਖੇਡ ਵਿੱਚ। ਇੱਕ ਵਿਚਕਾਰ ਲਾਈਨ ਮਿੱਥੀ ਜਾਂਦੀ ਹੈ, ਖਿੱਚੀ ਜਾਂਦੀ ਹੈ, ਇੱਕ ਪਾਸੇ ਇੱਕ ਟੀਮ ਹੈ, ਇੱਕ ਪਾਸੇ ਇੱਕ ਟੀਮ। ਇੱਕ ਵਿਅਕਤੀ ਕੋਡੀ 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 ਕਰਕੇ ਨਾ ਅੱਗੇ ਵੱਧਦਾ, ਜਿਵੇਂ ਕੋਈ ਹਮਲਾ ਕਰ ਰਿਹਾ ਹੋਵੇ। ਉਹ ਧਾਵਾ ਬੋਲਦਾ, ਧਾਵੀ ਦੀ ਤਰ੍ਹਾਂ ਜੱਫਾ ਪਾ ਲੈਂਦਾ ਦੂਜੇ ਨੂੰ, ਉਹਨੂੰ ਕਬੱਡੀ ਦੀ ਖੇਡ ਕਹਿੰਦੇ। ਹੋਰ ਕੋਈ ਖੇਡਾਂ? ਗਰਲਸ ਦੱਸੋ, ਕੁੜੀਆਂ ਦੀਆਂ ਕਿਹੜੀਆਂ ਕਿਹੜੀਆਂ ਖੇਡਾਂ ਸਨ?
ਜਿਹੜੀਆਂ ਕੁੜੀਆਂ ਪਹਿਲਾਂ ਖੇਡਦੀਆਂ ਸਨ। ਯੈਸ ਅਰਸ਼ੀਆ। मैम कंचे। हाँ बेटे, हाँ कंचे ਬੰਟੇ ਖੇਡਨੇ, ਉਹ ਮੁੰਡਿਆਂ ਦੀ ਵੀ ਖੇਡ ਹੈ, ਕੁੜੀਆਂ ਦੀ ਖੇਡ ਹੈ। ਕੁੜੀਆਂ ਦੀ ਖੇਡ ਉਹ ਕਹਿੰਦੇ ਗੀਟੇ, ਗੀਟੇ ਖੇਡਣੇ। ਠੀਕ ਹੈ, ਕੰਚੇ ਮੀਨਸ ਗੀਟੇ। ਤਰ੍ਹਾਂ ਤਰ੍ਹਾਂ ਦੀ ਗੀਟਿਆਂ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਬਾਜ਼ੀਆਂ ਖੇਡਦੇ ਸਨ। ਹੋਰ ਕੋਈ ਖੇਡ ਕੁੜੀਆਂ ਦੀ? ਯੈਸ, ਹੋਰ ਕਿਹੜੀ ਖੇਡ ਹੋ ਸਕਦੀ ਹੈ ਜਿਹੜੀ ਕੁੜੀਆਂ ਖੇਡਦੀਆਂ ਸਨ? ਦ੍ਰਿਸ਼ਟੀ। मैम पिट्ठू गरम। हाँ बच्चे, हाँ आ रही तेरी क्लियर। मैम पिट्ठू गरम। पिट्ठू गरम, बैडमिंटन। ਇਹ ਤਾਂ ਅੱਜ ਕੱਲ ਦੀਆਂ ਖੇਡਾਂ ਬੇਟੇ, ਬੈਡਮਿੰਟਨ ਅੱਜ ਕੱਲ ਦੀ ਖੇਡ ਹੋ ਗਈ। ਪੁਰਾਣੀਆਂ ਖੇਡਾਂ ਸਟਾਪੂ, ਸਟਾਪੂ ਖੇਡਣਾ, ਠੀਕ ਹੈ, ਰੱਸੀ ਟੱਪਣਾ, ਲੁਕਣ ਮਿੱਟੀ, ਦੋਨਾਂ ਦੀ ਖੇਡ ਹੈ, ਕੁੜੀਆਂ ਦੀ ਵੀ ਮੁੰਡਿਆਂ ਦੀ ਵੀ। ਸਾਰੇ ਰਲ ਮਿਲ ਕੇ ਖੇਡਾਂ ਖੇਡਦੇ, ਨੱਚਦੇ ਟੱਪਦੇ, ਮौज ਮਸਤੀ ਕਰਦੇ, ਆਪਣਾ ਬਚਪਨ ਗੁਜ਼ਾਰਦੇ ਸਨ। ਸੋ ਇਸ ਕਵਿਤਾ ਦੇ ਵਿੱਚ, ਬਾਲ ਖੇਡਾਂ ਕਵਿਤਾ ਦੇ ਵਿੱਚ ਕਵੀ ਮਨਮੋਹਨ ਸਿੰਘ ਟਾਊ ਨੇ ਬੱਚਿਆਂ ਦੇ ਬਚਪਨ ਦੀਆਂ ਯਾਦਾਂ ਨੂੰ ਦਰਸਾਇਆ ਹੈ ਕਿ ਬਚਪਨ ਦੇ ਵਿੱਚ ਬੱਚਿਆਂ ਦਾ ਜਿਹੜਾ ਜੀਵਨ ਹੈ ਬਹੁਤ ਹੀ ਮौज ਮਸਤੀ ਵਾਲਾ ਹੁੰਦਾ ਹੈ। ਉਹਨਾਂ ਨੂੰ ਕੋਈ ਕਿਸੇ ਗੱਲ ਦੀ ਫਿਕਰ ਚਿੰਤਾ ਨਹੀਂ ਹੁੰਦੀ। ਉਹ ਬੇਫਿਕਰੇ ਹੋ ਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਕੱਠੇ ਮਿਲ ਕੇ ਖੇਡਾਂ ਖੇਡਦੇ ਹੋਏ ਜ਼ਿੰਦਗੀ ਦੇ ਪਲ ਖੁਸ਼ੀ ਖੁਸ਼ੀ ਬਿਤਾਉਂਦੇ ਨੇ। ਕਿਹੜੇ ਪਲ? ਬਚਪਨ ਦੇ ਪਲ। ਕਿਉਂਕਿ ਉਹਨਾਂ ਨੂੰ ਪਤਾ ਹੈ ਬਚਪਨ ਦਾ ਸਮਾਂ ਮौज ਮਸਤੀ ਦਾ ਸਮਾਂ ਹੈ। ਇੱਕ ਵਾਰੀ ਬੀਤਿਆ ਸਮਾਂ ਹੱਥ ਨਹੀਂ ਆਉਣਾ, ਇੱਕ ਵਾਰੀ ਬੀਤਿਆ ਸਮਾਂ ਬੇਟੇ ਹੱਥ ਨਹੀਂ ਆਉਣਾ, ਸਭ ਬੱਚਿਆਂ ਨੂੰ ਪਤਾ ਹੈ। ਇਸ ਕਰਕੇ ਬੱਚੇ ਖੂਬ ਮौज ਮਸਤੀ ਕਰਦੇ। ਕਲੀਅਰ ਹੈ ਬੇਟੇ? ਹੁਣ ਕਵਿਤਾ ਕੌਣ ਰੀਡ ਕਰੇਗਾ ਤੁਹਾਡੇ ਤੋਂ? ਚਲੋ ਰੀਡਿੰਗ ਕਰੋ, ਫਿਰ ਆਪਾਂ ਕਵਿਤਾ ਨੂੰ ਚੰਗੀ ਤਰ੍ਹਾਂ ਸਮਝੀਏ। ਇੱਕ ਇੱਕ ਵਰਡ ਦਾ ਮੀਨਿੰਗ ਸਮਝਣਾ ਹੈ, ਕਵਿਤਾ ਦੀ ਵਿਆਖਿਆ ਕਰਨੀ ਹੈ, ਫਿਰ ਆਪਾਂ ਇਹਦੇ ਇੱਕ ਵਾਕਪੇਸ਼ਨ ਕਰਾਂਗੇ। यस, कौन रीडिंग करेगा? जसलीन। यस बेटे, बाल खेडा कविता दी। टर्न ऑन योर वीडियो। यस बच्चे। रल के खेडां खेडन बच्चे, भोले भाले दिल दे सच्चे, गलियां दे विच रौला पावन, नाल खुशी दे हेकां लावन, नचन टप्पन मारन ताड़ी, बन जांदे झट पक्के आड़ी, एक दूजे नू हाका मारन, साथ मड़क के दाई तारन, लुकन मीची खेड दे नसन, लब्बन पिछों खिड़ हसन, खेडन कोटला छपारी, घुम्मे इक ते बैठन बाकी, कूका कांगड़े खेड न्यारी, सबनू लगे बड़ी प्यारी, खेडन रल के खूब कबड्डी, धरती ते ना लावन अड्डी, कदे पिट्ठू दी खेड रचावन, गेंद मार के पिट्ठू ढावन। अपने आप क्लियर हो रहा बेटे लाइन तो कि पिट्ठू गरम दी खेड की है कि ਉਹ ਪਿੱਠੂ ਨੂੰ ਕਿਵੇਂ ਢਾਉਂਦੇ ਨੇ। ਪਹਿਲਾਂ ਠਿਕਰੀਆਂ ਇਕੱਠੀਆਂ ਕਰ ਲੀਆਂ, ਉਹਨੂੰ ਗੇਂਦ ਦੇ ਨਾਲ ਢਾਉਣਾ ਹੈ, ਮਾਰਨਾ ਹੈ। ਜਿਹਦੀ ਗੇਂਦ ਨਿਸ਼ਾਨੇ ਤੇ ਵੱਜ ਗਈ ਉਹ ਜਿੱਤ ਗਿਆ ਬਾਜ਼ੀ। ਯਸ। अन्ना छोटा बन बन भज्जन, पिछों खेड के कदे ना रज्जन, कदे बैठ के सुनन कहानी, कदे खेड दे लून मतानी, डंडा डंडारियां किन्ना कु बोझ, ਭੰਡਾ ਭੰਡਾਰੀਆ। ਡੰਡਾ ਡੰਡਾਰੀਆ ਨਹੀਂ ਹੈ, ਇਹਦਾ ਨਾਂ ਹੈ ਭੰਡਾ ਭੰਡਾਰੀਆ ਕਿੰਨਾ ਕੁ ਬੋਝ। ਵੈਸੇ ਕਹਾਵਤ ਬਣੀ ਹੈ, ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ। ਇਹ ਬਣੀ ਹੋਈ ਹੈ ਕਹਾਵਤ ਇਸ ਕਿ ਇਹ ਵੀ ਇੱਕ ਖੇਡ ਹੈ। ਇੱਕ ਦੇ ਉੱਪਰ ਦੂਜੀ ਮੁੱਠੀ ਰੱਖਣੀ, ਦੂਜੀ ਦੇ ਉੱਪਰ ਤੀਜੀ ਮੁੱਠੀ ਰੱਖਣੀ ਦੋ ਪਾਸਿਓਂ, ਤੇ ਤੀਜੇ ਬੰਦੇ ਨੇ ਆ ਕੇ ਉਹਨੂੰ ਕ੍ਰਾਸ ਕਰਨਾ। ਜੇ ਤਾਂ ਉਹ ਉਹਨੂੰ ਛੂ ਗਿਆ, ਟੱਚ ਕਰ ਗਿਆ ਤਾਂ ਉਹਦਾ ਫਾਉਲ ਹੋ ਗਿਆ। ਯਸ। खेडन मिलके शामी रोज, रस्सी टप्पा खेडन कुड़ियां, गीटे खेडन वेड़े जुड़ियां, होर भी खेडां खेडन बालक, अपनी ही मर्जी दे मालक, चेते आवे बचपन प्यारा, खेडां दा सी बड़ा नजारा, रल के खेडां खेडन बच्चे, भोले भाले दिल दे सच्चे। बेटे रीडिंग करके कुछ समझ आई कविता दी?
किसी ਨੂੰ समझ आई कविता दी? कौन रीड करेगा? एक बारी होर रीड करो अच्छी तरह। यस बेटे गुनीत रीड करोगे? गुनीत यस मैम। यस फर्स्ट पेज दी रीडिंग रल हाँ जी। रल के खेडा खेडन बच्चे पोले पाले दिल दे सच्चे गलियां दे विच रोला पावन नाल खुशी दे हेका लावन नचन टप्पन मारन तारी बन जांदे झट पक्के यारी एक दूजे नू हाका मारन साथ हाका दा मिल मतलब है के आवाज़ दाई मारन। हाँ जी साथ मिल के दाई तारन लुकन मिच्ची खेडदे नसन लब्बन पिछो खिलखिल हसन खेडन कोटला चपाती घूमे एक ते बैठन बाकी कुक्का कांगड़े के न्यारी सब नू लगे बड़ी प्यारी। यस इस तो बाद कौन रीडिंग करेगा? जैलश्वीर करो रीडिंग बेटे। नेक्स्ट पेज दी रीडिंग। यस खेडन दल के खूब खिडारी धरती ते ना लावन अड्डी खेडे पिट्ठू दी खेड रचावन गेंद मार के पिट्ठू डावन अन्ना छोटा बन बन पगे अन्ना छोटा बन खेड के हाँ पिछों खेड के कदे ना रजन खेड खेडे बैठ के सुनन कहानी खेडे कदे खेडे लून मधानी। लून यस कदे डंडा खेडे हाँ लून मधानी। नेक्स्ट भंडा भंडारिया डंडा नहीं है बेटे मैम डंडा लिखा है मैम ओ डंडा लिखा डंडा गलती ना लिखा है बच्चे लिखो भंडा भंडारिया पब्बा करो इनू भंडा भंडारिया किन्ना कु बोझ खेडन मिलके शामी रोज। हाँ जी रस्सी टप्पा खेडन कुड़ियां गीटे खेडन वैर जुड़ियां और भी खेडा खेडन बालक अपनी ही मर्जी दे मालक। यस चेते आवे बचपन प्यारा खेडा दा ही बड़ा नजारा रल के खेडा खेडन बच्चे भोले भाले दिल दे सच्चे। यस ਹੁਣ ਆਪਾਂ ਸਟਾਰਟ ਕਰਦੇ ਹਾਂ ਕਵਿਤਾ ਨੂੰ ਨਾਲ ਨਾਲ ਸਮਝਦੇ ਹਾਂ ਇੱਕ ਇੱਕ ਵਰਡ ਦਾ ਮੀਨਿੰਗ ਸਮਝਦੇ ਹਾਂ। ਉਸ ਤੋਂ ਪਹਿਲਾਂ ਖੇਡਾਂ ਦੇਖ ਲਓ ਤੁਹਾਡੀ ਬੁੱਕ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਪਿਕਚਰ ਦਿੱਤੀ ਹੋਈ ਹੈ ਕਿ ਸਾਰੇ ਬੱਚੇ ਬੈਠ ਕੇ ਪਲੈਨਿੰਗ ਕਰ ਰਹੇ ਆ ਕਿ ਕਿਹੜੀਆਂ ਖੇਡਾਂ ਖੇਡਣੀਆਂ ਨੇ। ਦੂਜੀ ਜਿਹੜੀ ਪਿਕਚਰ ਹੈ ਉਹ ਕਿਹੜੀ ਪਿਕਚਰ ਹੈ ਕਿ ਡੰਡੇ ਦੇ ਨਾਲ ਜਿਹੜਾ ਹੈ ਡੰਡਾ ਹੱਥ 'ਚ ਪਕੜਿਆ ਹੋਇਆ ਇਹਨੂੰ ਖੇਡ ਕਹਿੰਦੇ ਹੁੰਦੇ ਨੇ ਕਿ ਇੱਕ ਦੂਜੇ ਦੇ ਮਗਰ ਦੌੜ ਕੇ ਲੁਕਣ ਮਿੱਟੀ ਵੀ ਖੇਡਣੀ ਤੇ ਇੱਕ ਡੰਡਾ ਭੰਡਾਰੀਆ ਜਿਹਨੂੰ ਕਹਿੰਦੇ ਨੇ ਉਹ ਭੰਡਾ ਭੰਡਾਰੀਆ ਤਾਂ ਹੈ ਖੇਡ ਪਰ ਇਹ ਕਿਹੜੀ ਖੇਡ ਹੈ ਕਿ ਕੁੱਕਾ ਕਾਂਗੜੇ ਵਰਗੀ ਤੇ ਲੂਣ ਮਿਆਨੀ ਵਰਗੀ ਖੇਡ ਹੁੰਦੀ ਹੈ। ਇਹ ਤੀਸਰੇ ਪੇਜ ਤੇ ਇੱਕ ਹੋਰ ਮੈਂ ਤੁਹਾਨੂੰ ਤਸਵੀਰਾਂ ਦਿਖਾਣੀ ਆ ਬੇਟੇ। ਇਹ ਦੇਖੋ ਤਸਵੀਰ ਨਜ਼ਰ ਆ ਰਹੀ ਹੈ ਬੇਟੇ ਸਭ ਨੂੰ? ਤਸਵੀਰ ਨਜ਼ਰ ਆਈ? ਇਹ ਕਿਹੜੀ ਹੈ? ਪਿੱਠੂ ਗਰਮ ਇਹ ਠਿਕਰੀਆਂ ਰੱਖੀਆਂ ਹੋਈਆਂ ਨੇ ਤੇ ਸਾਰੇ ਆ ਆਪਣੀ ਪਲੈਨਿੰਗ ਕਰਕੇ ਕਿਹਦੀ ਗੇਂਦ ਜ਼ੋਰ ਦੀ ਵੱਜੇਗੀ ਕਿਹਦਾ ਨਿਸ਼ਾਨਾ ਵੱਜੇਗਾ ਤੇ ਉਹ ਜੇਤੂ ਕਰਾਰ ਦਿੱਤਾ ਜਾਏਗਾ। ਅਗਲੀ ਖੇਡ ਹੈ ਨੈਕਸਟ ਖੇਡ ਹੈ ਇਹ ਖੇਡ ਹੈ ਕੋਟਲਾ ਛਪਾਕੀ। ਸਾਰੀਆਂ ਗਰਲਸ ਨੇ ਨੀਵੀਆਂ ਪਾਈਆਂ ਹੋਈਆਂ ਇੱਕ ਲੜਕੀ ਪਿੱਛੇ ਹੈਂਕੀ ਰੱਖ ਕੇ ਜਾਏਗੀ रुमाल रख के जाएगी फिर एक गाना गाया जाएगा फिर चक्कर कट्टे जाएंगे जिदे पिछे हैंकी रखा जाएगा ओदी टर्न आएगी। इनू कहते कोकला छपाकी। नैक्सट है गीटे। यह किहड़ी खेड है? गीटे लैके गीटियां की खेड खेडनी ये गर्ल्स की मनपसंद की खेड है। नैक्सट खेड है छटापू जिन्हों पीचो की खेड कहते हैं जिदे नाम आया बुक में पीचो इनू कहते हैं छटापू। ये भी गर्ल्स की खेड है। अजिहियां खेडां खेडते हुए बच्चे अपना मन परचावा करते हैं ते मन परचावा करते हुए अपने बचपन नूं खूब मज़ेदार बनाते हैं खूब मज़ेदार क्योंकि उन्होंने पता है कि बीत्या होया समा हथ नहीं आउंदा कि बचपन का समा जे अपना बचपन का समा असी हस खेड के बिताइए तो बहुत ही खुशी मिलती है। इसका मतलब ये नहीं है कि असी हमेशा खेडते ही रहिए पढ़िए ना नहीं पढ़ते हुए खेडां खेडनियां बहुत जरूरी ने क्योंकि खेडां तो साडी पढ़ाई का एक अहम हिस्सा ने क्योंकि जिहड़े बच्चे खेडां जिहड़ियां शरीरक खेडां खेडदे ने ना
ਉਹਦੇ ਨਾਲ ਉਹਨਾਂ ਦੇ ਸਰੀਰ ਵਿੱਚ ਚੁਸਤੀ ਫੁਰਤੀ ਆਉਂਦੀ ਹੈ, ਉਹਨਾਂ ਦੇ ਮਨ ਨੂੰ ਤਾਜ਼ਗੀ ਮਿਲਦੀ ਹੈ, ਉਹਨਾਂ ਦੇ ਸਰੀਰ ਨੂੰ ਤਾਜ਼ਗੀ ਮਿਲਦੀ ਹੈ, ਉਹਨਾਂ ਦੀ ਯਾਦ ਸ਼ਕਤੀ ਤੇਜ਼ ਹੁੰਦੀ ਹੈ, ਦਿਮਾਗੀ ਸ਼ਕਤੀ ਤੇਜ਼ ਹੁੰਦੀ ਹੈ, ਤੇ ਇਹਦੇ ਨਾਲ ਨਾਲ ਨੈਤਿਕ ਗੁਣ ਆਉਂਦੇ ਨੇ ਖੇਡਾਂ ਖੇਡਣ ਨਾਲ। ਦੱਸ ਸਕਦੇ ਹੋ ਨੈਤਿਕ ਗੁਣ ਕਿਹੜੇ? ਮੇਲ ਮਿਲਾਪ, ਪਿਆਰ, ਭਾਈਚਾਰਾ, ਮਿਲਵਰਤਨ, ਇੱਕ ਦੂਜੇ ਦੀ ਹੈਲਪ ਕਰਨੀ, ਇੱਕ ਦੂਜੇ ਨੂੰ ਸਹਿਯੋਗ ਦੇਣਾ, ਤੇ ਸਭ ਤੋਂ ਵੱਡਾ ਗੁਣ ਹੁੰਦਾ ਹੈ ਜ਼ਿੰਦਗੀ ਵਿੱਚ ਨਿਯਮਾਂ ਦਾ ਖਿਆਲ ਰੱਖਣਾ। ਕਿਉਂਕਿ ਖੇਡ ਦੇ ਨਿਯਮਾਂ ਨੂੰ ਜਦੋਂ ਬੱਚੇ ਫੋਲੋ ਕਰਕੇ ਖੇਡਦੇ ਆ ਨਾ ਤਾਂ ਉਹੀ ਨਿਯਮ ਉਹ ਆਪਣੀ ਜ਼ਿੰਦਗੀ ਵਿੱਚ ਵੀ ਅਪਣਾਉਂਦੇ ਹਨ। ਅਜਿਹਾ ਕਰਕੇ ਬੱਚਿਆਂ ਦੀ ਬਹੁਪੱਖੀ ਵਿਕਾਸ ਹੁੰਦਾ ਹੈ, ਆਲ ਰਾਊਂਡਰ ਪਰਸਨੈਲਿਟੀ ਬਣਦੀ ਹੈ। ਕੱਲਾ ਪੜਾਕੂ ਤਾਂ ਨਹੀਂ ਬਣਨਾ, ਬੁੱਕਵਾਮ ਬਣਨਾ ਜ਼ਰੂਰੀ ਹੈ ਬੱਚਿਆਂ ਲਈ। ਤੁਸੀਂ ਦੱਸੋ ਬੁੱਕਵਾਮ ਬਣਨਾ ਹੈ? ਨਹੀਂ, ਕਿਤਾਬੀ ਕੀੜਾ ਨਹੀਂ ਬਣਨਾ। ਕਿਤਾਬੀ ਕੀੜਾ ਬਣਨ ਵਾਲੇ ਬੱਚੇ ਦਾ ਬਹੁਪੱਖੀ ਵਿਕਾਸ ਨਹੀਂ ਹੁੰਦਾ, ਉਹਨਾਂ ਦੀ ਓਵਰਆਲ ਡਿਵੈਲਪਮੈਂਟ ਨਹੀਂ ਹੁੰਦੀ। ਓਵਰਆਲ ਡਿਵੈਲਪਮੈਂਟ ਲਈ, ਚੁਸਤੀ ਫੁਰਤੀ ਲਈ, ਜ਼ਿੰਦਗੀ ਵਿੱਚ ਹਰ ਖੇਤਰ ਵਿੱਚ ਕਾਮਯਾਬ ਹੋਣ ਲਈ, ਜ਼ਿੰਦਗੀ ਵਿੱਚ ਖੁਸ਼ੀ ਆਪਣੇ ਪਲ ਬਿਤਾਉਣ ਲਈ, ਆਪਣੀ ਸਰੀਰਕ ਸਿਹਤ, ਆਪਣੀ ਮਾਨਸਿਕ ਅਰੋਗਤਾ ਦੇ ਲਈ ਖੇਡਾਂ ਖੇਡਣੀਆਂ ਬਹੁਤ ਜ਼ਰੂਰੀ ਹਨ। ਜਿਨ੍ਹਾਂ ਖੇਡਾਂ ਦਾ ਇਸ ਲੈਸਨ ਦੇ ਵਿੱਚ ਬਾਲ ਖੇਡਾਂ ਚੈਪਟਰ ਦੇ ਵਿੱਚ ਜ਼ਿਕਰ ਆਇਆ ਹੈ, ਇਹ ਖੇਡਾਂ ਸਾਡੀਆਂ ਪੁਰਾਣੀਆਂ ਪੰਜਾਬ ਦੀਆਂ ਖੇਡਾਂ ਹੋਈਆਂ ਨੇ, ਜਦੋਂ ਸਾਡੇ ਮਨ ਪਰਚਾਵੇ ਦੇ ਕੋਈ ਸਾਧਨ ਨਹੀਂ ਸਨ ਤੇ ਬੱਚੇ ਰਲ ਮਿਲ ਕੇ ਅਜਿਹੀਆਂ ਖੇਡਾਂ ਖੇਡਦੇ ਹੋਏ ਆਪਣੇ ਪਲ, ਜ਼ਿੰਦਗੀ ਦੇ ਬਚਪਨ ਦੇ ਪਲ ਬਿਤਾਉਂਦੇ ਸਨ ਤੇ ਖੁਸ਼ੀ ਮਹਿਸੂਸ ਕਰਦੇ ਸਨ। ਔਰ ਬਚਪਨ ਦੇ ਨਜ਼ਾਰੇ ਅਲੱਗ ਹੀ ਨਜ਼ਾਰੇ ਹੁੰਦੇ ਨੇ, ਬੜੇ ਹੀ ਦਿਲ ਪਰਚਾਵੇ ਵਾਲੇ ਨਜ਼ਾਰੇ ਹੁੰਦੇ ਨੇ। ਉਹ ਜ਼ਿੰਦਗੀ 'ਚ ਦੁਬਾਰਾ ਮੌਕਾ ਨਹੀਂ ਮਿਲਦਾ। ਫਿਰ ਤਾਂ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਜਾਂਦੇ ਨੇ, ਪੜ੍ਹਾਈ ਵਿੱਚ ਬਹੁਤ ਜ਼ਿਆਦਾ ਮਸਤ ਹੋ ਗਏ, ਉਹਨਾਂ ਨੂੰ ਵਕਤ ਹੀ ਨਹੀਂ ਮਿਲਦਾ। ਫਿਰ ਜਦੋਂ ਪੜ੍ਹ ਲਿਖ ਕੇ ਆਪਣੇ ਕੰਮਾਂ ਕਾਜਾਂ ਤੇ ਲੱਗ ਗਏ, ਕੋਈ ਨਾ ਕੋਈ ਲਾਈਨ ਚੂਜ਼ ਕਰ ਲਈ, ਡਾਕਟਰ ਇੰਜੀਨੀਅਰ ਬਣ ਗਏ, ਫਿਰ ਉਹਨਾਂ ਨੂੰ ਵਕਤ ਥੋੜ੍ਹੀ ਮਿਲਦਾ। ਫਿਰ ਤਾਂ ਕੋਈ ਆਪਣੇ ਚੂਜ਼ ਕਰ ਲੈਣਗੇ, ਕੋਈ ਖੇਡਾਂ ਜਾਂ ਜਿਮ ਜੁਆਇਨ ਕਰ ਲੈਣਗੇ। ਅੱਜ ਦੇ ਟਾਈਮ 'ਚ ਖੇਡਾਂ ਨਾਲ ਤਾਂ ਬਿਲਕੁਲ ਟੁੱਟ ਗਏ। ਜੇ ਖੇਡਾਂ ਨਾਲੋਂ ਟੁੱਟ ਗਏ ਮੀਨਸ ਆਪਣੇ ਕਲਚਰ ਨਾਲੋਂ ਟੁੱਟ ਗਏ, ਕਿਉਂਕਿ ਜਿਹੜੀਆਂ ਪੰਜਾਬ ਦੀਆਂ ਪੁਰਾਣੀਆਂ ਖੇਡਾਂ ਨੇ ਉਹ ਪੰਜਾਬੀ ਕਲਚਰ ਨੂੰ ਡਿਪਿਕਟ ਕਰਦੀਆਂ ਨੇ, ਪੰਜਾਬੀ ਵਿਰਸੇ ਨੂੰ ਜਾਗਰੂਕ ਰੱਖਦੀਆਂ ਨੇ। ਪੰਜਾਬੀ ਵਿਰਸਾ ਜਿਉਂਦਾ ਰੱਖਣ ਦੇ ਲਈ ਪੰਜਾਬੀ ਖੇਡਾਂ ਖੇਡਣੀਆਂ ਪੰਜਾਬ ਦੇ ਵਾਸੀਆਂ ਦੇ ਲਈ ਬਹੁਤ ਜ਼ਰੂਰੀ ਨੇ। ਜਿਹੜੀਆਂ ਵੀ ਤੁਸੀਂ ਖੇਡਾਂ ਖੇਡ ਸਕਦੇ ਹੋ, ਖੇਡਣੀਆਂ ਚਾਹੀਦੀਆਂ ਅੱਜ ਦੇ ਸਮੇਂ ਅਨੁਸਾਰ। ਜਿਵੇਂ ਬੱਚਿਆਂ ਨੇ ਦੱਸਿਆ ਸੀ ਕਿ ਬੈਡਮਿੰਟਨ ਅੱਜ ਦੇ ਸਮੇਂ 'ਚ ਖੇਡ ਅੱਛੀ ਖੇਡ ਹੈ, ਜਿੰਨਾ ਹਾਈਟ ਵੀ ਵੱਧਦੀ ਹੈ, ਜਿੰਨਾ ਸਰੀਰ ਵਿੱਚ ਬੜੀ ਚੁਸਤੀ ਫੁਰਤੀ ਆਉਂਦੀ ਹੈ, ਸਰੀਰ ਦੇ ਅੰਗ ਹਰਕਤ ਵਿੱਚ ਆਉਂਦੇ ਨੇ। ਠੀਕ ਹੈ, ਸੈਰ ਕਰਨੀ ਜ਼ਰੂਰੀ ਹੈ, ਦੌੜਨਾ ਜ਼ਰੂਰੀ ਹੈ, ਫੁੱਟਬਾਲ ਖੇਡਣਾ ਜ਼ਰੂਰੀ ਹੈ, ਕ੍ਰਿਕਟ ਖੇਡਣੀ ਜ਼ਰੂਰੀ ਹੈ। ਇਹ ਅੱਜ ਦੀਆਂ ਖੇਡਾਂ ਨੇ ਜਿਹੜੀਆਂ ਸਰੀਰ ਨੂੰ ਹਰਕਤ ਵਿੱਚ ਲਿਆਉਂਦੀਆਂ ਨੇ। ਤੇ ਕਿਹੜੀਆਂ ਖੇਡਾਂ ਤੋਂ ਬਚਣਾ ਹੈ? ਕਿਹੜੀਆਂ ਖੇਡਾਂ ਤੋਂ ਬਚਣਾ? ਜਿਹੜੀਆਂ ਤੁਸੀਂ ਕੰਪਿਊਟਰ ਤੇ ਖੇਡਦੇ ਹੋ, ਜਿਨ੍ਹਾਂ ਨਾਲ ਮਾਨਸਿਕ ਤਣਾਅ ਪੈਦਾ ਹੁੰਦਾ ਹੈ, ਡਿਪਰੈਸ਼ਨ ਆਉਂਦਾ ਹੈ, ਤੁਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦੇ ਹੋ। ਜਿਹੜੇ ਬੱਚੇ ਕੰਪਿਊਟਰ ਤੇ ਗੇਮਾਂ ਖੇਡਦੇ ਨੇ, ਅਵੋਇਡ ਕਰਿਓ। ਜੇ ਤੁਸੀਂ ਆਪਣੀ ਸਿਹਤ ਨੂੰ ਪਿਆਰ ਕਰਦੇ ਹੋ, ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ, ਆਪਣੇ ਜੀਵਨ ਨੂੰ ਖੂਬਸੂਰਤ ਬਣਾਉਣ ਦੇ ਲਈ ਸਰੀਰਕ ਖੇਡਾਂ ਖੇਡੋ। ਆਪਣੇ ਫੈਮਿਲੀ ਮੈਂਬਰਸ ਦੇ ਨਾਲ, ਆਪਣੇ ਪੇਰੈਂਟਸ ਦੇ ਨਾਲ, ਆਪਣੇ ਛੋਟੇ ਭੈਣ ਭਰਾਵਾਂ ਨਾਲ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਖੇਡਾਂ ਖੇਡੋ, ਟੀਮਾਂ ਬਣਾ ਕੇ ਮੁਕਾਬਲੇ ਕਰੋ। ਠੀਕ ਹੈ, ਸਮਝ ਆ ਗਈ? ਪਰ ਉਹ ਖੇਡਾਂ ਨਹੀਂ ਖੇਡਣੀਆਂ ਜਿਹਦੇ ਨਾਲ ਤੁਸੀਂ ਪਰੇਸ਼ਾਨ ਹੋ ਜਾਓ। ਅਜਿਹੀ ਕੋਈ ਖੇਡ ਨਹੀਂ ਖੇਡਣੀ। ਮੇਰਾ ਇਸ਼ਾਰਾ ਤੁਸੀਂ ਸਮਝ ਰਹੀ ਹੋ? ਕੰਪਿਊਟਰ ਤੇ ਕੋਈ ਗੇਮ ਨਹੀਂ ਖੇਡਣੀ ਇੱਦਾਂ ਦੀ ਜਿਹਦੇ ਨਾਲ ਤੁਸੀਂ ਆਪ ਵੀ ਪਰੇਸ਼ਾਨੀ 'ਚ ਹੋ ਤੇ ਤੁਹਾਡੇ ਪੇਰੈਂਟਸ ਵੀ ਪਰੇਸ਼ਾਨ ਹੋਣ। ਸਮਝ ਆ ਗਈ ਬੱਚੇ? ਹੁਣ ਆਪਾਂ ਲੈਸਨ ਸਮਝੀਏ। ਬਾਲ ਖੇਡਾਂ, ਕਵੀ ਦਾ ਨਾਮ ਹੈ ਮਨਮੋਹਨ ਸਿੰਘ ਦਾਊ। ਧਿਆਨ ਨਾਲ ਸਮਝਿਓ ਹੁਣ ਕਵਿਤਾ। ਇੱਕ ਇੱਕ ਲਾਈਨ ਦਾ ਮੀਨਿੰਗ ਸਮਝ ਕੇ ਇੱਕ ਇੱਕ ਲਾਈਨ ਦੇ ਅਕੋਰਡਿੰਗ 1 ਮਾਰਕ ਕੁਐਸਚਨਸ ਨੇ। ਰਲ ਕੇ ਖੇਡਾਂ ਖੇਡਣ ਬੱਚੇ, ਭੋਲੇ ਭਾਲੇ ਦਿਲ ਦੇ ਸੱਚੇ। ਇਹ ਕਾਵਿ ਸਤਰਾਂ ਸਾਡੀ ਪੰਜਾਬੀ ਪਾਠ ਪੁਸਤਕ 7 ਦੇ ਵਿੱਚੋਂ ਬਾਲ ਖੇਡਾਂ ਵਿੱਚੋਂ ਲਈਆਂ ਗਈਆਂ ਹਨ। ਜਦੋਂ 1 ਮਾਰਕ ਕੁਐਸਚਨ ਆਉਂਦੇ ਨੇ ਕਾਵਿ-ਅੰਸ਼ ਤੇ, ਇਸ ਦੇ ਕਵੀ ਮਨਮੋਹਨ ਸਿੰਘ ਦਾਊ ਜੀ ਹਨ। ਇਸ ਵਿੱਚ ਕਵੀ ਨੇ ਬੱਚਿਆਂ ਦੇ ਬਚਪਨ ਦੀਆਂ ਖੇਡਾਂ ਨੂੰ ਦਰਸਾਇਆ ਹੈ ਕਿ ਬੱਚਿਆਂ ਦਾ ਜਿਹੜਾ ਬਚਪਨ ਦਾ ਸਮਾਂ ਹੈ ਬਹੁਤ ਹੀ ਮੌਜ ਮਸਤੀ ਵਾਲਾ ਹੁੰਦਾ ਹੈ, ਤੇ ਜਿਹੜਾ ਬਚਪਨ ਦਾ ਸਮਾਂ ਇੱਕ ਵਾਰੀ ਲੰਘ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ। ਇਸ ਕਰਕੇ ਬਚਪਨ ਦੇ ਵਿੱਚ ਖੇਡੀਆਂ ਖੇਡਾਂ ਦੇ ਕਰਕੇ ਸਾਡੀ ਜ਼ਿੰਦਗੀ ਖੂਬਸੂਰਤ ਬਣਦੀ ਹੈ। ਕਲੀਅਰ ਹੈ? ਰਲ ਕੇ ਖੇਡਾਂ ਖੇਡਣ ਬੱਚੇ ਬਚਪਨ ਦੇ ਵਿੱਚ ਜਦੋਂ ਉਹ
6-7 ਸਾਲ ਦੀ ਉਮਰ ਤੋਂ ਲੈ ਕੇ 13-14 ਸਾਲ ਦੀ ਉਮਰ ਤੱਕ ਉਹ ਰਲ ਕੇ ਖੇਡਾਂ ਖੇਡਦੇ ਨੇ, ਰਲ ਮਿਲ ਕੇ ਇਕੱਠੇ ਹੋ ਕੇ ਖੇਡਾਂ ਖੇਡਦੇ ਹਨ। ਭੋਲੇ ਭਾਲੇ ਦਿਲ ਦੇ ਸੱਚੇ, ਕਿਉਂਕਿ ਜਦੋਂ ਬੱਚੇ ਬਚਪਨ ਵਿੱਚ ਹੁੰਦੇ ਨੇ ਨਾ ਤੇ ਕਹਿੰਦੇ ਉਹ ਰੱਬ ਦਾ ਰੂਪ ਹੁੰਦੇ ਨੇ, ਉਹਨਾਂ ਦੇ ਮਨ ਵਿੱਚ ਕੋਈ ਵੀ ਮਾੜੇ ਵਿਚਾਰ ਨਹੀਂ ਹੁੰਦੇ, ਉਹ ਤਾਂ ਸੱਚੇ ਹੁੰਦੇ ਨੇ, ਹਰ ਗੱਲ ਸੱਚਾਈ ਬੋਲ ਦਿੰਦੇ ਨੇ, ਹਰ ਗੱਲ ਸੱਚ ਬੋਲ ਦਿੰਦੇ ਨੇ। ਹਾਂ, ਜੇ ਵੱਡੇ ਜਿਹੜੇ ਉਹਨਾਂ ਨੂੰ ਜਿਹੜੇ ਰਸਤੇ ਤੇ ਤੋਰਨ ਫਿਰ ਉਹ ਇਹ ਜਿਹੀਆਂ ਆਦਤਾਂ ਅਪਣਾ ਲੈਂਦੇ ਨੇ। ਗਲੀਆਂ ਦੇ ਵਿੱਚ ਰੋਲਾ ਪਾਵਨ, ਸ਼ਾਮ ਦੇ ਸਮੇਂ, ਵਿਹਲੇ ਸਮੇਂ ਜਦੋਂ ਆਪਣੀ ਪੜ੍ਹਾਈ ਲਿਖਾਈ ਤੋਂ ਵਿਹਲੇ ਹੋ ਗਏ, ਗਲੀਆਂ ਵਿੱਚ ਆ ਕੇ, ਮੁਹੱਲੇ ਵਿੱਚ ਆ ਕੇ ਇੱਕ ਦੂਜੇ ਨੂੰ ਹੋਕਾ ਦਿੰਦੇ ਨੇ, ਆਵਾਜ਼ਾਂ ਦਿੰਦੇ ਨੇ, ਹਾਕਾਂ ਮਾਰਦੇ ਨੇ ਕਿ ਆਓ ਰਲ ਕੇ ਖੇਡੀਏ, ਸਾਡੇ ਖੇਡਣ ਦਾ ਸਮਾਂ ਹੋ ਗਿਆ। ਨੱਚਣ ਟੱਪਣ ਮਾਰਨ ਤਾੜੀ, ਤਾੜੀ ਮਾਰ ਕੇ ਇੱਕ ਦੂਜੇ ਨੂੰ ਬੁਲਾਉਂਦੇ ਨੇ ਕਿ ਆ ਜਾਓ ਰਲ ਮਿਲ ਕੇ ਖੇਡੀਏ। ਨੱਚਦੇ ਟੱਪਦੇ, ਛਾਲਾਂ ਮਾਰਦੇ, ਦੁਲੰਗੜੇ ਮਾਰਦੇ ਇੱਕ ਦੂਜੇ ਦੇ ਘਰ ਤੱਕ ਪਹੁੰਚਦੇ ਨੇ। ਫਿਰ ਇੱਕ ਦੂਜੇ ਦੇ ਘਰ ਚੋਂ ਹਰ ਇੱਕ ਨੂੰ ਇਕੱਠੇ ਕਰਦੇ ਜਾਂਦੇ ਕਿ ਆ ਬਈ ਮਿੱਤਰਾ ਤੂੰ ਵੀ ਆ ਜਾ, ਹੁਣ ਸਾਡੇ ਖੇਡਣ ਦਾ ਸਮਾਂ ਆ ਗਿਆ ਹੈ। ਬਣ ਜਾਂਦੇ ਪੱਕੇ ਆੜੀ, ਖੇਡਾਂ ਖੇਡਦੇ ਖੇਡਦੇ ਹੀ ਪੱਕੇ ਦੋਸਤ। ਉਹਨਾਂ ਦੀ ਇਹ ਜਿਹੜੀ ਦੋਸਤੀ ਹੈ ਨਿੱਘੇ ਪਿਆਰ ਵਿੱਚ ਬਦਲ ਜਾਂਦੀ ਹੈ। ਫਿਰ ਤੁਸੀਂ ਸਮਝਦੇ ਹੀ ਹੋ ਨਾ ਕਿ ਬਚਪਨ ਦੇ ਦੋਸਤ ਕਈ ਵਾਰੀ ਸਾਰੀ ਜ਼ਿੰਦਗੀ ਦੋਸਤੀ ਨਿਭਾਉਂਦੇ ਨੇ, ਉਹ ਔਖੇ ਸੌਖੇ ਵੇਲੇ ਕੰਮ ਆਉਂਦੇ ਨੇ। ਜਿਵੇਂ ਕ੍ਰਿਸ਼ਨ ਤੇ ਸੁਦਾਮੇ ਦੀ ਦੋਸਤੀ ਸੀ। ਕ੍ਰਿਸ਼ਨ ਜੀ ਵੱਡੇ ਹੋ ਕੇ ਭਾਵੇਂ ਉੱਚੇ ਰੁਤਬੇ ਤੇ ਪਹੁੰਚ ਗਏ, ਪਰ ਆਪਣੇ ਬਚਪਨ ਦੇ ਸਾਥੀ ਸੁਦਾਮੇ ਨੂੰ ਨਹੀਂ ਭੁੱਲੇ ਤੇ ਉਸੇ ਗਰੀਬੀ ਦੇ ਸਮੇਂ ਉਹਨਾਂ ਦੀ ਸਹਾਇਤਾ ਕੀਤੀ। ਉਸਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਇਆ ਸੁਦਾਮੇ ਦੀ, ਉਹਨੂੰ ਆਪਣੇ ਗੱਲ ਨਾਲ ਲਾਇਆ ਸੀ। ਕਹਿੰਦਾ ਜਦੋਂ ਬੱਚੇ ਬਚਪਨ ਵਿੱਚ ਰਲ ਕੇ ਖੇਡਦੇ ਨੇ ਤਾਂ ਖੇਡਦੇ ਖੇਡਦੇ ਪੱਕੇ ਯਾਰ ਬਣ ਜਾਂਦੇ ਹਨ। ਆੜੀ ਮੀਨਸ ਦੋਸਤ, ਮਿੱਤਰ ਬਣ ਜਾਂਦੇ ਹਨ ਤੇ ਇਹ ਮਿੱਤਰਤਾ ਫਿਰ ਉਹਨਾਂ ਦੀ ਜ਼ਿੰਦਗੀ ਭਰ ਨਿਭਦੀ ਹੈ। ਇੱਕ ਦੂਜੇ ਨੂੰ ਹਾਕਾਂ ਮਾਰਨ, ਇੱਕ ਦੂਜੇ ਨੂੰ ਆਵਾਜ਼ਾਂ ਲਗਾਉਂਦੇ ਹਨ। ਹਾਕਾਂ ਦਾ ਮੀਨਿੰਗ ਹੈ ਆਵਾਜ਼ਾਂ, ਮੀਨਿੰਗ ਲਿਖੋ ਆੜੀ ਮਿੱਤਰ ਦੋਸਤ, ਠੀਕ ਹੈ। ਸਹੇਲੀਆਂ ਹਾਕਾਂ ਆਵਾਜ਼ਾਂ, ਆਵਾਜ਼ਾਂ ਲਗਾਣੀਆਂ। ਨੈਕਸਟ ਹੈ ਸਾਥ ਮੜਿਕ ਕੇ ਦਾਈ ਤਾਰਨ, ਸਾਥ ਇਕੱਠੇ ਮਿਲ ਕੇ ਇੱਕ ਦੂਜੇ ਦਾ ਸਾਥ ਦੇ ਕੇ, ਮੜਿਕ ਕੇ ਮੀਨਸ ਮੱਲਣਾ ਕਿ ਮੇਰੀ ਵਾਰੀ ਹੈ ਹੁਣ। ਦਾਈ ਮੀਨਸ ਵਾਰੀ, ਵਾਰੀ ਦਾ ਮਤਲਬ ਆਪਣੀ ਟਰਨ। ਕਹਿੰਦਾ ਇੱਕ ਦੂਜੇ ਨਾਲ ਮਿਲ ਕੇ ਉਹ ਇੱਕ ਦੂਜੇ ਦੇ ਸਾਥ ਨਾਲ ਫਿਰ ਇੱਕ ਦੂਜੇ ਦਾ ਸਾਥ ਦਿੰਦੇ ਹੋਏ ਆਪਣੀ ਵਾਰੀ ਦਿੰਦੇ ਹਨ ਕਿ ਹੁਣ ਮੇਰੀ ਵਾਰੀ ਹੈ। ਲੁੱਕਣ ਮਿੱਚੀ ਖੇਡਦੇ ਨੱਸਣ, ਲੁੱਕਣ ਮਿੱਚੀ ਦੀ ਖੇਡ ਖੇਡਦੇ ਹਨ। ਇਹ ਖੇਡ ਦਾ ਨਾਮ ਹੈ ਲੁੱਕਣ ਮਿੱਚੀ। ਮਿੱਚੀ ਨੂੰ ਮਿੱਟੀ ਵੀ ਕਹਿੰਦੇ ਹਨ। ਲੋਕ ਖੇਡਾਂ ਦੇ ਨਾਮ ਹਨ ਜਿਹੜੀਆਂ ਕਿ ਬਹੁਤ ਹੀ ਪ੍ਰਚਲਿਤ ਹੋਈਆਂ ਹਨ। ਖੇਡਾਂ, ਪੁਰਾਣੀਆਂ ਖੇਡਾਂ ਜਿਹੜੀਆਂ ਕਿ ਬਹੁਤ ਹੀ ਪ੍ਰਚਲਿਤ ਰਹੀਆਂ ਹਨ, ਜੋ ਕਿ ਪੰਜਾਬੀਆਂ ਦਾ ਹਮੇਸ਼ਾ ਮਨ ਪਰਚਾਵਾ ਕਰਦੀਆਂ ਰਹੀਆਂ ਨੇ, ਜਿਨ੍ਹਾਂ ਕਰਕੇ ਸਾਡਾ ਪੰਜਾਬੀ ਸੱਭਿਆਚਾਰ ਜਿਉਂਦਾ ਹੈ। ਲੁੱਕਣ ਮਿੱਚੀ ਦੀ ਖੇਡ ਖੇਡਦੇ ਹੋਏ ਉਹ ਇੱਕ ਦੂਜੇ ਨੂੰ ਲੱਭਣ ਦੇ ਲਈ ਦੌੜਦੇ ਹਨ ਤੇ ਲੱਭਦਿਆਂ ਹੋਇਆਂ ਬੜੀ ਰੋਚਕਤਾ ਬਣਦੀ ਹੈ, ਬਹੁਤ ਹੀ ਆਨੰਦ ਆਉਂਦਾ ਹੈ, ਬੜੀ ਉਤਸੁਕਤਾ ਪੈਦਾ ਹੁੰਦੀ ਹੈ ਔਰ ਖਿੜਖਿੜ ਕੇ ਹੱਸਦੇ ਨੇ ਫਿਰ ਲੱਭਦੇ ਹੋਏ ਕਿ ਆ ਜਾ ਬਾਹਰ, ਤੂੰ ਇੱਥੇ ਹੀ ਹੈ, ਠੀਕ ਹੈ। ਨੈਕਸਟ ਖੇਡਣ ਕੋਟਲਾ ਛਪਾਕੀ। ਫਿਰ ਕੋਟਲਾ ਛਪਾਕੀ ਦੀ ਖੇਡ ਖੇਡਦੀਆਂ ਨੇ ਗਰਲਸ ਜ਼ਿਆਦਾ ਕਰਕੇ। ਕੁੜੀਆਂ ਮੁੰਡੇ ਰਲ ਕੇ ਖੇਡਦੇ ਨੇ ਕਿ ਸਾਰਿਆਂ ਨੇ ਝੁੰਡ ਬਣਾ ਲੈਣਾ, ਗਰੁੱਪ ਵਿੱਚ ਸਰਕਲ ਬਣਾ ਕੇ ਬੈਠ ਕੇ ਨੀਵੀਂ ਪਾ ਕੇ। ਫਿਰ ਕੀ ਹੈ, ਇਹ ਕਿਹੜੀ ਖੇਡ ਹੈ, ਪਿੱਛੇ ਹੈਂਕੀ ਰੱਖ ਦਿੱਤਾ, ਰੁਮਾਲ ਰੱਖ ਦਿੱਤਾ, ਫਿਰ ਚੱਕਰ ਲਗਾਉਣਾ। ਜਿਹਦੇ ਪਿੱਛੇ ਉਹਨੇ ਦੇਖ ਲਿਆ ਕਿ ਮੇਰੇ ਹੈਂਕੀ ਹੈ ਰੱਖਿਆ ਹੋਇਆ ਤਾਂ ਉਸ ਦੀ ਵਾਰੀ ਆ ਗਈ। ਘੁੰਮੇ ਇੱਕ ਤੇ ਬੈਠਣ ਬਾਕੀ, ਇੱਕ ਘੁੰਮਦਾ ਇਸ ਕੋਟਲਾ ਛਪਾਕੀ ਵਿੱਚ, ਇੱਕ ਨੇ ਘੁੰਮਣਾ, ਬਾਕੀ ਸਾਰੇ ਬੈਠੇ ਹੈ ਨੀਵੀਆਂ ਪਾ ਕੇ। ਕੁੱਕਾ ਕਾਂਗੜੇ ਖੇਡ ਨਿਆਰੀ। ਅਗਲੀ ਖੇਡ ਕਿਹੜੀ ਹੈ, ਕੁੱਕਾ ਕਾਂਗੜੇ। ਸੇਮ ਖੇਡ ਹੈ ਕੁੱਕਾ ਕਾਂਗੜੇ। ਕਿਹੜੀ ਖੇਡ ਹੈ, ਸੇਮ ਲੁੱਕਣ ਮਿੱਟੀ ਨੂੰ ਹੀ ਕੁੱਕਾ ਕਾਂਗੜੇ ਕਹਿੰਦੇ। ਇਹ ਬॉयਜ਼ ਖੇਡਦੇ ਆ, ਗੱਭਰੂ ਖੇਡਦੇ ਆ ਕੁੱਕਾ ਕਾਂਗੜੇ। ਲੁਕਾਉਣ ਤੇ ਖੋਜਣ ਦੀ ਰੁਚੀ। ਇਸ ਖੇਡ ਰਾਹੀਂ ਲੁਕਣ ਦੀ ਤੇ ਖੋਜਣ ਦੀ ਰੁਚੀ ਪ੍ਰਫੁੱਲਤ ਹੁੰਦੀ ਹੈ। ਇਹ ਸਾਰਿਆਂ ਨੂੰ ਹੀ ਬੜੀ ਪਿਆਰੀ ਲੱਗਦੀ। ਕੁੱਕਾ ਕਾਂਗੜੇ ਤੇ ਲੁਕਣ ਮਿੱਟੀ ਇੱਕੋ ਜਿਹੀਆਂ ਖੇਡਾਂ ਹਨ। ਨੈਕਸਟ ਪੇਜ। ਖੇਡਣ ਰਲ ਕੇ ਖੂਬ ਕਬੱਡੀ। ਜਦੋਂ ਬੱਚੇ ਵੱਡੇ ਹੋ ਜਾਂਦੇ ਆ, 13-14 ਸਾਲ ਦੇ ਬੱਚੇ, 18-19 ਸਾਲ ਤੱਕ ਦੇ ਬੱਚੇ, ਗੱਭਰੂ, ਜਦੋਂ ਗੱਭਰੂ ਜਵਾਨ ਹੋ ਜਾਂਦੇ ਨੇ ਤਾਂ ਉਹ ਰਲ ਕੇ ਕਬੱਡੀ ਦੀ ਖੇਡ ਖੇਡਦੇ ਨੇ। ਕਬੱਡੀ ਦੀ ਖੇਡ ਖੇਡਦਿਆਂ ਉਹਨਾਂ ਦੀ ਅੱਡੀ ਧਰਤੀ ਤੇ ਨਹੀਂ ਲੱਗਣੀ ਚਾਹੀਦੀ। ਜੇ ਧਰਤੀ ਤੇ ਅੱਡੀ ਲੱਗ ਗਈ ਤਾਂ ਉਹ ਫਾਉਲ ਗਿਣਿਆ ਜਾਂਦਾ ਹੈ। ਇਹਦੇ ਨਾਲ ਕਬੱਡੀ ਦੀ ਖੇਡ ਖੇਡਦਿਆਂ ਉਹ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਕਰਦੇ ਹਨ, ਆਪਣੀ ਬਹਾਦਰੀ ਦਾ, ਆਪਣੀ ਤਾਕਤ ਦਾ ਜਜ਼ਬਾ ਦਿਖਾਉਂਦੇ ਹਨ। ਗੱਭਰੂਆਂ ਦੇ ਵਿੱਚ ਬਹੁਤ ਹੀ ਹਰਮਨ ਪਿਆਰੀ ਖੇਡ ਹੈ
और ये बच्चियां पंजाबियां दी मां खेड हुई है। नोट कर लो, मां खेड केड़ी है? कबड्डी। ਇਹਦਾ पुराना नाम है सोंची पक्की, ਉਹਦੇ ਚੋਂ ਇਹ ਵਿਕਸਿਤ ਹੋਈ है खेड। नैक्सट, कदे पिट्ठू दी खेड रचावन। पिट्ठू दी खेड ये लड़कियां विच बड़ी प्रचलित खेड है, पिट्ठू दी खेड। पिट्ठू गरम कहंदे ने कि गेंद मारनी ते भज जाना। अन्ना झोटा बन बन भजन। अन्ना झोटा केड़ी खेड हुंदी है? चुन्नी बंनदे नहीं अखां अगे ते ओहदे अगे कोई ना कोई म्यूजिक ला देना, साउंड ला देना, उन्हें उधर नूं दौड़ना जिधरों आवाज आ रही है, फिर पहचानना कि किहदी आवाज है। समझ आ गई? उन्होंने कहते अन्ना झोटा खेड। ये सारियां लोक खेडां होईयां, पुरानियां खेडां जिन्हां दे विच बच्चियां दा बचपन जिउंदा सी। अजिहियां खेडां खेडदे होए बच्चे अपने बचपन दे विच मौज मस्ती करदे होए जिंदगी दे बचपन दे पल हस खेड के बिताउंदे सन। पिच्चो खेड कदे ना रज्जन। कुड़ियां पिच्चो दी खेड खेडदियां होईयां। पिच्चो मीन स्टापू। पिच्चो दी खेड हुंदी है, स्टापू दी खेड खेडदियां रजदियां ही नहीं सन, बार बार खेडदियां ने। स्टापू दी खेड बार बार खेडदियां हन। पिच्चो दी खेड कुड़ियां दी मन प्यारी खेड है, हरमन प्यारी खेड हुई है, जिहड़ियां कि ओह खाने बना के, खाने समझदे हो, ओहदे विच अपनी ठिकरी सुटदे है ते अपना स्टैप लैंदियां ने। ठीक है, कभी अखां बंद करके स्टैप लैने हैं, कभी उस तरह स्टैप लैने हैं। जे किते लाइन ते पैर आ गया तो ओहदा फाउल हो जाना। ठीक है बच्चे, उन्होंने स्टापू की खेड खेडते हैं। कदे बैठ के सुनन कहानी, फिर जो खेडां खेडते थक जाते ना, ग्रुप बना लेंदे, एक दूजे नूं झूठियां सच्चियां काल्पनिक कहानियां बना के मन परचावा करते हैं। उन्होंने कहानियां बनानियां भी आ जांदियां ने। खेडां खेडते हुए सारे बच्चे थक गए तो इकट्ठे बैठ के ग्रुप बना के टोलियां बना के वह एक दूजे नूं कहानियां सुनाते, कहानियां सुना सुना के मन परचावा करते। किवें कहानियां सुनाते कि मेरी दादी माँ ने राती ये वाली कहानी सुनाई सी मैनूं, कि मैनूं ये कहानी बहुत चंगी लगती है, मैं गुरु नानक देव जी की ये वाली जन्म साखी सुनी, मैनूं ये साखी बहुत सोहनी लगती है। अजिहियां वो कहानियां एक दूजे नूं सुनाते। कदे खेडदे लूण मधानी। लूण मधानी नूं लूण मियाणी भी कहंदे ने। ये किहड़ी खेड है? क्रिकेट वर्गी खेड है। पश्चिमी देशों तो आई जिहड़ी खेड है ना साडी क्रिकेट हॉकी, उन्हां वर्गी खेड है लूण मियाणी, जिहड़ी कि गेंद नाल खेडी जाती है। नैक्सट, भंडा भंडारिया किन्ना कु बोझ, खेडन मिलके शामी रोज। फिर किहड़ी खेड खेडदे आ? भंडा भंडारिया। पंजाबियां दी हरमन प्यारी खेड भंडा भंडारिया। इहदे बारे कहावत प्रचलित है, भंडा भंडारिया किन्ना कु भार, एक मुट्ठी चुक लै दूजी त्यार। कि एक दे उपर दूजी, दूजी दे उपर तीजी मुट्ठी रखते हैं ते थर्ड परसन ने आके इन्हों क्रॉस करना हुंदा है, ते जे टच कर गया तो उसका फाउल गिनिया जाता है, उसनूं वारी देनी पैंदी है। इनू की कहंदे? भंडा भंडारिया। ये सारियां खेडां सानूं जिंदगी च जीवन जाच भी दसदियां ने कि जिवें आपां कोई इंसान जिम्मेवार है ना, जिम्मेवारियां निभा रहा तो उन्होंने हौसला देने लई भंडा भंडारिया किन्ना कु भार, एक मुट्ठी चुक लै दूजी त्यार। जिवें तुहाडे पेरेंट्स ने जिम्मेवारियां निभा रहे हैं, एक जिम्मेवारी खत्म हुई दूजी जिम्मेवारी पै गई, तो उन्होंने कहते कोई गल नहीं घबरा ना, भंडा भंडारिया किन्ना कु भार, कोई गल नहीं, ये तो जिंदगी दी जिम्मेवारियां नाल नाल चलदियां रहनियां हन। खेडन मिलके शामी रोज, सारे बच्चे रल मिल के शाम के समय वेले होके ये सारियां खेडां खेडते हुए आनंद माणते हैं, मौज मस्ती करते हैं। उन्हां दी जिहड़ी जिंदगी है ना वो बेफिक्री होके इन्हां खेडां विच मस्त होके इंजॉय करती है। रस्सी टप्पन खेडन कुड़ियां, रस्सी टप्पन की खेड खेडदियां कुड़ियां, एक पासों रस्सी पकड़ ली, दूजे पासों कड़ ली, तीसरी कुड़ी आके उहदे विच जंप करके स्टैप लैंदी है, जां कल्ली कुड़ी स्कीपिंग करनी जिहदे नाल शरीरक हरकत, शरीरक चुस्ती आंदी है, फुर्ती आंदी शरीर विच। गीटे खेडन बेड़े वेड़े जुड़ियां, वेड़े दे विच खुली थां ते कुड़ियां इकट्ठियां मिल के गीटे भी खेडदियां हन। बहुत सारियां खेडां दा जिक्र आया, इन्हां विच तरह तरह दियां बाल खेडां दा जिक्र है जिहड़े नाल के बचपन सुहावना बनता है। होर भी खेडां खेडन बालक, इस तो इलावा होर बहुत सारियां खेडां हन, गुल्ली डंडा, ठीक है, खिद्दो खुंडी, बहुत सारियां खेडां ने बचपन दियां। खेडदियां होए बच्चे अपनी मन मर्जी के मालक हुंदे ने, इन्हां उपर कोई रिस्ट्रिक्शन नहीं हुंदी, कोई बंदिश नहीं हुंदी। ये आज़ाद वातावरण दे विच, खुले डुले मौसम दे विच,
खुले डुले मैदानां दे विच खुले डुले विचारां दे नाल बेफिक्र होके खेडदे हन, जिन्हां ते कोई बंदिश नहीं हुंदी। इस करके बचपन का समा बहुत ही सुहावना समा हुंदा है। चेते आवे बचपन प्यारा, खेडां दा असीं बड़ा नज़ारा। ਵੱਡੇ ਹੋ ਕੇ बचपन ਦੀਆਂ ਸਾਰੀਆਂ ਖੇਡਾਂ ਸਾਨੂੰ ਸਾਕਾਰ ਹੋ ਜਾਂਦੀਆਂ ਨੇ। बचपन ਦੀਆਂ यादां ਦੀ ਅਸੀਂ ਪਟਾਰੀ ਖੋਲੀਏ ਤਾਂ ਸਾਨੂੰ बचपन याद आंदा है कि बचपन ਦੇ पल किन्ने सुहावने ਹਨ। रल के खेडां खेडण बच्चे भोले भाले दिल दे सच्चे। इस तरह भोले भाले बच्चे रल मिल के बचपन दे विच बड़े मासूमियत दे नाल खेडां खेडदे होए एक दूजे का साथ दिंदे हन, क्योंकि उन्हां नूं पता है कि बचपन का समा वापस नहीं होना, बीत्या होया समा वापस नहीं आउंदा। सो बच्चे बचपन दे विच बेफिक्र होके एक दूजे नूं आवाज़ां मारदे होए झटपट ही एक दूजे दे दोस्त बन जाते हैं ते अपनी मन मर्जी दे मालक होण करके मर्जी दे मालक होण करके वह बचपन दे विच खुले डुले ग्राउंड दे विच खुले डुले मौसम दे विच खुले थां ते मैदान दे विच खेडां खेडदे होए एक दूजे का साथ दिंदे हैं, क्योंकि बचपन का समा जीवन का एक अजिहा हिस्सा है, होल जीवन का, होल लाइफ का, पूरी जिंदगी का बचपन का समा एक अजिहा अहम हिस्सा है जिथे कि बच्चे ने तरह तरह दी खेडां खेडदे होए हसते खेडदे होए अपनी जिंदगी नूं खूबसूरत बनाना है। क्योंकि बचपन का समा बहुत ही बेफिक्री वाला समा हुंदा है, मौज मस्ती वाला समा हुंदा है। इस करके ये कविता सानू सुनेहा दिंदी है कि सानू बचपन के समय में, जिवें तुहाडा बचपन का समा है 7वीं 8वीं जमात तक तो बचपन का समा ही है कि तुसी रल मिल के इकट्ठे मिल के भैन भरा नाल अपने माता पिता नाल खेडां खेडो, बचपन के पल खुशी खुशी बिताओ, कदी किसी की गल का गुस्सा ना करो। अजिहियां खेडां खेडदे होए बच्चों के अंदर नैतिक गुणां का विकास हुंदा है। क्लीयर है बेटे? ये हुण कविता तुहाडी कंप्लीट हो गई है। तुसी एक वाक प्रश्न आपां कल दी क्लास च डिस्कस करांगे, फिर तुहानूं असाइनमेंट भेजांगे। एक बारी चंगी तरह कविता पढ़नी है, समझनी है, ठीक है बच्चे? और कल दी क्लास च आपां योजक भी दोबारा डिस्कस करने हैं। एनी डाउट फ्रॉम योर साइड बेटे? किसी ने कोई डाउट कविता के बारे, किसी ने कोई डाउट है बेटे तो तुसी पूछ सकते हो। कविता सबनों अच्छी तरह समझ लग गई? एक बार फिर चंगी तरह तुसी कविता पढ़नी है, समझनी है और औखे शब्दों के अर्थ समझने हैं। थैंक यू सो मच बेटे, गॉड ब्लैस यू।